ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਸ਼ਹੀਦੀ ਪੁਰਬ ਜਿਹੜਾ ਹੈ ਉਹ ਅੱਜ ਮਨਾਇਆ ਜਾ ਰਿਹਾ ਹੈ, ਜਿਸ ਸੰਬੰਧ ਵਿੱਚ ਖਾਸ ਕਰਕੇ ਪਰਸੋਂ ਰੋਜ਼ ਤੋਂ ਬਹੁਤ ਅਨੇਕ ਥਾਵਾਂ 'ਤੇ ਧਾਰਮਿਕ ਸਥਾਨਾਂ 'ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦੇ ਇਸ ਸ਼ਹੀਦੀ ਪੁਰਬ ਦੇ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ, ਹੁਕਮ ਹੈ ਜਿਵੇਂ ਸਤਿਗੁਰਾਂ ਦਾ ਅਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕੁਝ ਲਾਹਾ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ, ਤਾਂ ਕਿ ਕੁਝ ਗੁਰਬਾਣੀ ਦੀ ਵਿਚਾਰ ਗੁਰੂ ਕੀ ਜੋ ਸੋਭਾ ਵਿੱਚੋਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ, ਅੱਜ ਦੀ ਜੋ ਵਿਚਾਰ ਹੈ ਇਹਦੇ ਸੰਬੰਧ ਵਿੱਚ ਪਹਿਲਾਂ ਜੋ ਹੁਕਮ ਹੋਇਆ ਹੈ, ਕੁਝ ਸਮੇਂ ਵਾਸਤੇ ਇਸ ਦਿਹਾੜੇ ਦੇ ਸੰਬੰਧ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਿਚਾਰ ਜਿਹੜੀ ਹੈ ਉਹ ਕਰਨੀ ਹੈ। ਗੁਰੂ ਕਿਰਪਾ ਕਰਨ, ਆਪ ਸੰਗਤਾਂ ਮਹਾਂਪੁਰਖ ਰਹਿਮਤ ਬਖਸ਼ਣੀ। ਸੋ ਇਸ ਵਾਸਤੇ ਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਕੀ ਸਾਧ ਸੰਗਤ, ਜੋ ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ, ਭਾਵ ਜਨਮ ਸਮਾਂ ਹੈ, ਜਨਮ ਸਥਾਨ ਹੈ, ਉਸ ਬਾਰੇ ਜੋ ਮਹਾਨ ਗੁਰੂ ਕੇ ਸਿੱਖਾਂ ਵਿਦਵਾਨਾਂ ਨੇ ਵੇਰਵਾ ਦਿੱਤਾ ਹੈ ਪੁਰਾਤਨ ਗ੍ਰੰਥਾਂ ਵਿੱਚ, ਕਿ ਮਹਾਰਾਜ ਜੀ ਦਾ ਜਿਹੜਾ ਅਵਤਾਰ ਸ੍ਰੀ ਗੋਂਦਵਾਲ ਸਾਹਿਬ ਦੀ ਧਰਤੀ ਗੁਰੂ ਕੇ ਘਰ ਵਿੱਚ ਉੱਥੇ ਹੋਇਆ ਹੈ। ਆਪ ਜੀ ਦੇ ਮਾਤਾ ਜੀ ਮਾਤਾ ਭਾਨੀ ਜੀ, ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹ ਸੁਪੁੱਤਰੀ ਸਨ, ਅਤੇ ਆਪ ਜੀ ਦਾ ਜੋ ਪਿਤਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਸੋ ਉਹ ਆਪ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ, ਸਤਿਕਾਰਯੋਗ ਸਤਿਗੁਰੂ ਵੀ ਹਨ। ਸੋ ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਆ ਕੇ ਜੋ ਅਵਤਾਰ ਧਾਰਨਾ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ, ਸੰਖੇਪ ਵਿੱਚ ਬੇਨਤੀ ਹੈ ਕਿ ਬਚਪਨ ਦਾ ਸਮਾਂ ਕੁਝ ਜਿਹੜਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਸੇਵਾ ਕਰਦੇ ਸਨ ਗੁਰੂ ਘਰ ਦੇ, ਅਤੇ ਗੋਂਦਵਾਲ ਸਾਹਿਬ ਇਹਨਾਂ ਦੀ ਉਸ ਸਮੇਂ ਰਿਹਾਇਸ਼ ਸੀ, ਅਤੇ ਉੱਥੇ ਆਪ ਜੀ ਦਾ ਅਵਤਾਰ ਹੋਇਆ, ਅਤੇ ਬਚਪਨ ਦਾ ਸਮਾਂ ਜਿਹੜਾ ਹੈ ਉੱਥੇ ਸਫਲ ਹੋਇਆ ਹੈ। ਅਤੇ ਇਹਨਾਂ ਦੇ ਆਉਣ ਵਾਲੇ ਸਮੇਂ ਨੂੰ ਜਾਣਦੇ ਹੋਏ ਅੰਤਰਜਾਮੀ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲਾਂ ਹੀ ਇਹਨਾਂ ਦੇ ਬਾਰੇ ਭਗਤ ਜਿਹੜੇ ਬਚਨ ਵਾਰ ਜਿਹੜੇ ਬਖਸ਼ ਦਿੱਤੇ ਸਨ। ਜਿਵੇਂ ਆਮ ਸੰਗਤਾਂ ਜਾਣਦੀਆਂ ਹਨ ਕਿ ਸਤਿਗੁਰਾਂ ਦੇ ਪਲੰਘੇ ਦੇ ਨਾਲ ਹੱਥ ਪਾ ਕੇ ਉੱਪਰ ਚੜ੍ਹਨ ਵਾਸਤੇ ਯਤਨ ਕਰ ਰਹੇ ਹਨ। ਛੋਟੀ ਅਵਸਥਾ ਦੁਨਿਆਵੀ ਤੌਰ 'ਤੇ ਜਦੋਂ ਇਹਨਾਂ ਦੀ ਸੀ, ਅਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਪਲੰਘੇ ਦੇ ਕੋਲ ਆ ਰਿਹਾ ਹੈ। ਜਦੋਂ ਬੀਬੀ ਭਾਨੀ ਜੀ ਨੇ ਕਿਹਾ ਕਿ ਮਹਾਰਾਜ ਆਪ ਜੀ ਦਾ ਦੋਹਤਾ ਪ੍ਰੇਮ ਕਰ ਰਿਹਾ ਹੈ, ਅਤੇ ਸਤਿਗੁਰੂ ਜੀ ਹੱਸ ਪਏ ਅਤੇ ਕਹਿਣ ਲੱਗੇ ਕਿ ਇਹ ਐਵੇਂ ਪਲੰਘੇ ਦੇ ਕੋਲ ਨਹੀਂ ਆ ਰਿਹਾ, ਇਹ ਸਮਾਂ ਆਵੇਗਾ, ਇਹ ਵੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੋਵੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ, ਭਾਵ ਕਿ ਇਹ ਗੁਰਗੱਦੀ ਦਾ ਮਾਲਕ ਬਣੇਗਾ। ਇਸੇ ਪ੍ਰਕਾਰ ਇੱਕ ਵਾਰ ਜਿਹੜਾ ਬਚਨ ਹੈ ਜੋ ਕਿ ਅੱਜ ਦਾ ਦਿਹਾੜਾ ਜਿਸ ਸੰਬੰਧ ਵਿੱਚ ਮਨਾਇਆ ਜਾ ਰਿਹਾ ਹੈ, ਉਹਦੇ ਬਾਰੇ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਸਤਿਗੁਰੂ ਜੀ ਬਾਲ ਅਵਸਥਾ ਵਿੱਚ ਖੇਡਦੇ ਹੋਏ, ਜਿੱਥੇ ਚੁੱਲ੍ਹਾ ਸੀ ਅੱਗ ਬਾਲਣ ਵਾਲਾ, ਖੇਡਦੇ ਖੇਡਦੇ ਉੱਧਰ ਜਾ ਬੈਠੇ ਉਹਦੇ ਲਾਗੇ, ਅਤੇ ਜਦੋਂ ਸਤਿਗੁਰਾਂ ਨੇ ਵੇਖਿਆ ਅਤੇ ਬੀਬੀ ਜੀ ਉਹਨੂੰ ਫੜਨ ਲੱਗੇ, ਆਪ ਜੀ ਦੇ ਮਾਤਾ ਜੀ ਸਤਿਗੁਰਾਂ ਦੇ ਮਾਤਾ ਜੀ ਬੀਬੀ ਭਾਨੀ ਜੀ, ਅਤੇ ਮਹਾਰਾਜ ਕਹਿਣ ਲੱਗੇ ਤੂੰ ਚੁੱਲ੍ਹੇ ਤੋਂ ਇਹਨੂੰ ਰੋਕ ਰਹੀ ਹੈ, ਇਹਨੇ ਤੇ ਬਲਦੀ ਅੱਗ ਦੀ ਪਰਵਾਹ ਨਹੀਂ ਕਰਨੀ, ਬਲ ਤੱਤੀਆਂ ਲੋਹਾਂ ਦੇ ਉੱਤੇ ਬੈਠ ਕੇ ਵੀ
ਪਰਮੇਸ਼ਰ ਦੇ ਗੁਣ ਗਾਵੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਪ੍ਰਕਾਰ ਗੁਰੂ ਪਿਆਰੀ ਸਾਧ ਸੰਗਤ ਆਮ ਪ੍ਰਚਲਿਤ ਜਿਹੜਾ ਇਹ ਬਚਨ ਹੈ ਸੰਗਤਾਂ ਜਾਣਦੀਆਂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਵਾ ਰਹੇ ਸਨ ਬੀਬੀ ਜੀ। ਬਿਰਧ ਅਵਸਥਾ ਵਿੱਚ ਉਹਨਾਂ ਦਾ ਸਰੀਰ ਹੈ ਅਤੇ ਜਿਹੜੀ ਚੌਂਕੀ 'ਤੇ ਬੈਠ ਕੇ ਇਸ਼ਨਾਨ ਕਰਦੇ ਸਨ, ਕੁਦਰਤੀ ਤੌਰ 'ਤੇ ਦੱਸਿਆ ਜਾਂਦਾ ਹੈ ਉਹ ਪੀੜ੍ਹੀ, ਉਹ ਚੌਂਕੀ ਦਾ ਇੱਕ ਪਾਵਾ ਜਿਹੜਾ ਹੈ ਟੁੱਟ ਗਿਆ ਅਤੇ ਟੁੱਟਣ ਕਾਰਨ ਉਹ ਬੀਬੀ ਜੀ ਨੇ ਦਵਾ ਦਵ ਥੱਲੇ ਆਪਣਾ ਪੈਰ ਦੇ ਦਿੱਤਾ ਕਿ ਪੀੜ੍ਹੀ ਜੇ ਉਹ ਚੌਂਕੀ ਟੇਢੀ ਹੋ ਗਈ ਅਤੇ ਸਤਿਗੁਰੂ ਬਜ਼ੁਰਗ ਹਨ ਕਿਤੇ ਡਿੱਗ ਕੇ ਸੱਟ ਨਾ ਲੱਗ ਜਾਵੇ। ਅਤੇ ਪਰ ਹੋਇਆ ਕਿ ਉਹਦੇ ਵਿੱਚ ਜਿਹੜਾ ਕਿੱਲ ਸੀ ਟੁੱਟਣ ਕਰਕੇ ਉਹ ਕਿੱਲ ਦਾ ਮੂੰਹ ਤਿੱਖਾ ਬਾਹਰ ਨੂੰ ਰਹਿ ਗਿਆ। ਜਦੋਂ ਪੈਰ ਥੱਲੇ ਰੱਖਿਆ ਹੈ ਉਹ ਕਿੱਲ ਜਿਹੜਾ ਵਿੱਚ ਖੁੱਭ ਗਿਆ ਅਤੇ ਉਹਦੇ ਕਾਰਨ ਜਦੋਂ ਖੂਨ ਵਗਿਆ ਪੈਰ ਦਾ ਅਤੇ ਸਤਿਗੁਰਾਂ ਨੇ ਇਸ਼ਨਾਨ ਕਰਦਿਆਂ ਤੱਕਿਆ ਕਿ ਜਲ ਦੇ ਵਿੱਚ ਲਾਲ ਰੰਗ ਕਿਉਂ ਹੈ। ਅਤੇ ਜਦੋਂ ਉਹਨਾਂ ਨੇ ਪੁੱਛਿਆ ਇਸ਼ਨਾਨ ਕਰਕੇ ਕਾਰਨ ਕੀ ਵੇਖਿਆ ਅਤੇ ਬੀਬੀ ਜੀ ਦੇ ਪੈਰ ਦੇ ਵਿੱਚੋਂ ਲਹੂ ਨਿਕਲ ਰਿਹਾ ਹੈ। ਦੱਸਿਆ ਮਹਾਰਾਜ ਪਿਤਾ ਜੀ ਆਪ ਬਜ਼ੁਰਗ ਹੋ, ਇਸ ਕਰਕੇ ਆਪ ਜੀ ਦੇ ਆਸਣ ਦਾ ਜਿਹੜਾ ਸੀ ਉਹ ਪੀੜ੍ਹੀ ਦਾ ਇਸ਼ਨਾਨ ਕਰਨ ਵਾਲਾ ਜਿਹੜਾ ਸਾਧਨ ਹੈ ਉਹਦਾ ਪਾਵਾ ਟੁੱਟਣ ਕਰਕੇ ਅਤੇ ਉਹ ਥੱਲੇ ਪੈਰ ਦਿੱਤਾ ਹੈ ਕਿ ਪੀੜ੍ਹੀ ਟੇਢੀ ਨਾ ਹੋ ਜਾਵੇ। ਉਹਦਾ ਕਿੱਲ ਪੈਰ ਵਿੱਚ ਖੁੱਭਣ ਕਰਕੇ ਇਹ ਲਹੂ ਵਗਿਆ ਹੈ ਪਾਣੀ ਦੇ ਵਿੱਚ। ਤਾਂ ਮੈਂ ਦੱਸਿਆ ਨਹੀਂ ਕਿ ਆਪ ਦੇ ਮਨ ਵਿੱਚ ਇੱਧਰ ਖਿਆਲ ਨਾ ਹੋਏ, ਤੁਸੀਂ ਆਰਾਮਦਾਰੀ ਦੇ ਨਾਲ ਇਸ਼ਨਾਨ ਕਰ ਲਓ। ਅਤੇ ਸਤਿਗੁਰਾਂ ਨੇ ਉਹਨਾਂ ਦੀ ਸੇਵਾ 'ਤੇ ਖੁਸ਼ ਹੋ ਕੇ ਕਹਿਣ ਲੱਗੇ ਤੂੰ ਕੁਝ ਮੰਗ ਲੈ, ਤੂੰ ਇੰਨੀ ਸੇਵਾ ਕਰ ਰਹੀ ਹੈ। ਇੱਕ ਤਾਂ ਪਿਤਾ ਹੈ, ਇੱਕ ਗੁਰੂ ਸਮਝ ਕੇ ਕਿ ਉਹਨਾਂ ਦਾ ਸਤਿਕਾਰ ਕਰਨਾ। ਇਸ ਕਰਕੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਕੁਝ ਮੰਗ। ਕਹਿਣ ਲੱਗੀ ਆਪ ਜੀ ਦੀ ਬੜੀ ਕਿਰਪਾ ਹੈ। ਜਦੋਂ ਸਤਿਗੁਰਾਂ ਨੇ ਬਾਰ-ਬਾਰ ਕਿਹਾ ਅਤੇ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਪਿਤਾ ਜੀ ਗੁਰਦੇਵ ਜੀ ਜੇ ਕਿਰਪਾ ਕਰਦੇ ਹੋ ਅਤੇ ਇਹ ਗੁਰਿਆਈ ਜਿਹੜੀ ਹੈ ਇਸੇ ਬੰਸ ਦੇ ਵਿੱਚ ਰਹਿਣੀ ਚਾਹੀਦੀ ਹੈ, ਕਿਰਪਾ ਕਰੋ। ਸਤਿਗੁਰੂ ਜੀ ਅੰਤਰਜਾਮੀ ਸਭ ਕੁਝ ਜਾਣਦੇ ਹਨ। ਫਿਰ ਉਹਨਾਂ ਨੇ ਅੰਤਰ ਧਿਆਨ ਹੋ ਕੇ ਜਦੋਂ ਵੇਖਿਆ ਆਉਣ ਵਾਲਾ ਸਮਾਂ, ਕਿਉਂਕਿ ਪਹਿਲਾਂ ਇਹੀ ਜਿਹੜਾ ਨਕਸ਼ਾ ਹੈ ਜੋ ਹੁਣ ਗੁਰੂ ਅਮਰਦਾਸ ਜੀ ਨੇ ਦੱਸਣਾ ਹੈ, ਇਹੀ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਆਉਣ ਵਾਲਾ ਭਵਿੱਖ ਸਾਰਾ ਸਮਾਂ ਦੱਸ ਦਿੱਤਾ ਸੀ। ਅਜਿੱਤੇ ਰੰਧਾਵੇ ਦੇ ਨਾਲ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਬਾਬਾ ਨਾਨਕ ਹੈ ਗੁਰਦਾਸਪੁਰ ਦੀ ਧਰਤੀ ਵਿੱਚ, ਉੱਥੇ ਅਜਿੱਤਾ ਰੰਧਾਵਾ ਸਤਿਗੁਰੂ ਨਾਨਕ ਦੇਵ ਜੀ ਦਾ ਬੜਾ ਪ੍ਰੇਮੀ ਸਿੱਖ ਹੋਇਆ ਹੈ। ਉਹਦੇ ਨਾਲ ਆ ਜਿਹੜਾ ਸਮਾਂ ਚੱਲ ਰਿਹਾ ਹੈ ਸਾਰੇ ਭਵਿੱਖਵਾਕ ਸਤਿਗੁਰਾਂ ਨੇ ਉੱਥੇ ਬੜੇ ਖੋਲ੍ਹ ਕੇ ਦੱਸੇ ਹਨ। ਉਹਨਾਂ ਨੂੰ ਕੀ ਹੋਵੇਗਾ, ਕਿੰਨੇ ਸਾਡੇ ਰੂਪ ਜਿਹੜੇ ਅਵਤਾਰਨੇ ਹਨ ਅਤੇ ਆਉਣ ਵਾਲੇ ਸਮੇਂ 'ਚ ਖਾਲਸਾ ਪੰਥ ਕਿਵੇਂ ਸੱਜਣਾ ਹੈ, ਕਿੰਨੀਆਂ ਕੁਰਬਾਨੀਆਂ ਹੋਣੀਆਂ, ਕੀ ਕੁਝ ਹੋਣਾ ਹੈ, ਸਾਰਾ ਹੀ ਉਹਨਾਂ ਨੂੰ ਨਕਸ਼ਾ ਦੱਸ ਦਿੱਤਾ ਸੀ। ਜਨਮ ਸਾਖੀ ਵਿੱਚੋਂ ਪ੍ਰੇਮ ਦੇ ਨਾਲ ਪੜ੍ਹੀਏ ਪਤਾ ਲੱਗਦਾ ਹੈ। ਅਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਜਦੋਂ ਵੇਖਿਆ ਅਤੇ ਕਹਿਣ ਲੱਗੇ ਤੈਨੂੰ ਬਚਨ ਦਿੱਤਾ ਹੈ ਜੋ ਤੂੰ ਮੰਗਿਆ ਤੈਨੂੰ ਮਿਲੇਗਾ, ਪਰ ਇਹ ਯਾਦ ਰੱਖੀਂ ਕਿ ਇਹ ਕਸ਼ਟ ਬੜੇ ਝੱਲਣੇ ਪੈਣਗੇ, ਕੁਰਬਾਨੀਆਂ ਬੜੀਆਂ ਦੇਣੀਆਂ ਪੈਣਗੀਆਂ, ਗੁਰਿਆਈ ਤੇ ਆਪਦੇ ਘਰ ਰਵੇਗੀ, ਪਰ ਇਹ ਜਿਹੜਾ ਪਰਉਪਕਾਰ ਕਰਨਾ ਪਵੇਗਾ ਕੁਰਬਾਨੀਆਂ ਦਾ। ਸਤ ਬਚਨ ਕਹਿ ਕੇ ਸੀਸ ਨਵਾ ਦਿੱਤਾ। ਸੋ ਗੁਰੂ ਪਿਆਰੀ ਸਾਧ ਸੰਗਤ ਆਪ ਜਾਣਦੇ ਹੋ ਸਮਾਂ ਆਇਆ ਇਹਨਾਂ ਨੂੰ ਜਦੋਂ ਗੁਰਗੱਦੀ ਦਾ ਸਮਾਂ ਪ੍ਰਾਪਤ ਹੋਇਆ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਜਾਣਦੇ ਸਨ ਕਿ ਤਿੰਨਾਂ ਸਪੁੱਤਰਾਂ ਦੇ ਵਿੱਚੋਂ ਕਿਹੜਾ ਲੋਕ ਪਰਲੋਕ ਨੂੰ ਸਵਾਰਨ ਵਾਲਾ ਆਗਿਆਕਾਰੀ ਸਾਡਾ ਸਪੁੱਤਰ ਹੈ। ਅਤੇ ਵੱਡੇ ਇਹਨਾਂ ਤੋਂ ਬਾਬਾ ਪ੍ਰਿਥੀ ਚੰਦ ਜੀ ਅਤੇ ਇੱਕ ਬਾਬਾ ਮਹਾਦੇਵ ਜੀ ਸਨ ਅਤੇ ਇੱਕ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਏ ਹਨ। ਸੋ ਸਤਿਗੁਰੂ ਕੀ ਸਾਧ ਸੰਗਤ ਉਹ ਪ੍ਰਿਥੀ ਚੰਦ ਜਿਹੜਾ ਪਹਿਲੇ ਹੱਥੋਂ ਚਾਹੁੰਦਾ ਸੀ ਜਦੋਂ ਹੋਸ਼ ਸੰਭਾਲੀ ਕਿ ਮੈਂ ਇਸ ਗੁਰਗੱਦੀ ਦਾ ਮਾਲਕ ਬਣਾ, ਸਾਰੀ ਜਾਇਦਾਦ ਜੋ ਮਾਇਆ ਭੇਟਾ ਮੈਨੂੰ ਕਬਜ਼ੇ ਵਿੱਚ ਆ ਜਾਵੇ, ਮੇਰਾ ਹੀ ਸਾਰੇ ਹੁਕਮ ਮੰਨਣਾ। ਇਸ ਕਾਰਨ ਕਰਕੇ ਹਰ ਵੇਲੇ ਮਨ ਦੇ ਵਿੱਚ ਇਹੀ ਉਲਟ ਸੋਚਦਾ ਰਿਹਾ ਅਤੇ ਉਹ ਈਰਖਾ ਕਰਦਾ ਰਿਹਾ। ਕਈ ਤਰ੍ਹਾਂ ਦੇ ਉਹਨੇ ਆਪ ਜਾਣਦੇ ਹੋ ਵਾਅਦੇ ਕੀਤੇ ਹਨ ਗੁਰੂ ਘਰ ਦੇ ਵਿੱਚ, ਅਤੇ ਉਹਦੀ ਆਦਤ ਵੇਖ ਕੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਕਿ ਮੀਣਿਆਂ ਦੀ ਸੰਗਤ ਜਿਹੜੀ ਬੜੀ ਮਾੜੀ ਹੁੰਦੀ ਹੈ, ਕਿਉਂਕਿ ਮੀਣਾ ਬੰਦਾ ਜਿਹੜਾ ਹੈ ਮੂੰਹ ਤੋਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਅੰਦਰੋਂ ਵੈਰ ਗਵਾਉਂਦਾ ਨਹੀਂ। ਇਸ ਕਰਕੇ ਇਹ ਗੁਰੂ ਘਰ ਰਹਿ ਕੇ ਵੀ ਗੁਰੂ ਘਰ ਦੀ ਜਿਹੜੀ ਹੈ ਮਰਜ਼ਾਦਾ ਨੂੰ ਧਾਰਨ ਨਹੀਂ ਕਰ ਸਕਿਆ। ਸੋ ਉਸ ਵੇਲੇ ਗੁਰੂ ਕੀ ਸਾਧ ਸੰਗਤ ਜਦੋਂ ਪਰਖ ਹੋਈ ਅਤੇ ਜਦੋਂ ਦਸਤਾਰਬੰਦੀ ਹੋਣ ਤੋਂ ਪਹਿਲਾਂ ਸਤਿਗੁਰਾਂ ਦੀ ਅਜੇ ਹਾਜ਼ਰੀ ਦੇ ਵਿੱਚ ਹੀ ਉਹਨੇ ਕਿਹਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਅਤੇ ਸਤਿਗੁਰਾਂ ਨੇ ਹੋਰ ਵੀ ਕਈ ਬਚਨ ਪੁੱਛੇ
ਅੰਤ ਵਿੱਚ ਉਸ ਵੇਲੇ ਪਰਖ ਦੇ ਵਿੱਚ ਇਹ ਕਿਹਾ ਕਿ ਜਿਹੜੀਆਂ 3 ਚਿੱਠੀਆਂ ਇਹਨੇ ਲਕਾਈਆਂ ਸਨ ਗੁਰੂ ਅਰਜਨ ਦੇਵ ਜੀ ਜਿਹੜੇ ਲਾਹੌਰੋਂ ਭੇਜਦੇ ਰਹੇ ਸਨ, ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਇਹ 3 ਜਿਹੜੇ ਸ਼ਬਦ ਨਾਲ ਲਿਖੇ ਹਨ ਚਿੱਠੀ ਰੂਪ ਵਿੱਚ, ਤੂੰ ਚੌਥਾ ਸਾਨੂੰ ਲਿਖ ਕੇ ਵਿਖਾ ਦੇ ਅਤੇ ਤੈਨੂੰ ਗੁਰਗੱਦੀ ਜਿਹੜੀ ਉਹ ਦਿੱਤੀ ਜਾਵੇਗੀ। ਪਰ ਜ਼ੋਰ ਲਾ ਥੱਕਾ ਉਹਦੇ ਕੋਲੋਂ ਇੱਕ ਵੀ ਅੱਖਰ ਲਿਖਿਆ ਨਹੀਂ ਗਿਆ, ਕਿਉਂਕਿ ਕਿਸੇ ਬੰਦੇ ਦੀ ਇਹ ਪਹੁੰਚ ਨਹੀਂ, ਕਿਸੇ ਦੀ ਤਾਕਤ ਨਹੀਂ ਕਿ ਉਹ ਬਾਣੀ ਲਿਖ ਸਕੇ। ਸਤਿਗੁਰਾਂ ਆਪ ਕਿਹਾ ਸਾਡੀ ਕੋਈ ਇਹਦੇ ਵਿੱਚ ਯੋਗਤਾ ਨਹੀਂ, ਇਹ ਪਰਮੇਸ਼ਰ ਕਿਰਪਾ ਕੀਤੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੋ ਪਰਮੇਸ਼ਰ ਦਾ ਹੁਕਮ ਹੋਇਆ ਹੈ ਅਕਾਲ ਪੁਰਖ ਦਾ, ਉਹਦੇ ਅਨੁਸਾਰ ਬਾਣੀ ਲਿਖੀ ਗਈ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਗੱਦੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਜਿਹੜੀ ਹੈ ਬਖਸ਼ਿਸ਼ ਹੋ ਗਈ, ਅਤੇ ਜਦੋਂ ਸਤਿਗੁਰਾਂ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਭੋਗ ਦਾ ਸਮਾਂ ਆਇਆ, ਉਸ ਵੇਲੇ ਸੰਗਤਾਂ ਵਿੱਚ ਉਹਨੇ ਫਿਰ ਰੌਲਾ ਪਾ ਦਿੱਤਾ ਪ੍ਰਿਥੀ ਚੰਦ ਨੇ ਕਿ ਵੱਡਾ ਮੈਂ ਹਾਂ, ਮੇਰਾ ਹੱਕ ਬਣਦਾ ਹੈ। ਇਸ ਕਰਕੇ ਗੁਰੂ ਕੀ ਸਾਧ ਸੰਗਤ ਕਈ ਤਰ੍ਹਾਂ ਦੇ ਯਤਨ ਕਰਨ ਤੋਂ ਬਾਅਦ ਉਹਨੇ ਬਾਦਸ਼ਾਹ ਦੀ ਸਪੋਰਟ ਲਈ। ਅਕਬਰ ਬਾਦਸ਼ਾਹ ਜਿਹੜਾ ਸੀ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਉਲਟ ਕੋਈ ਵਚਨ ਨਾ ਸੁਣ ਸਕਿਆ, ਕਿਉਂਕਿ ਉਹਨਾਂ ਨੇ ਸਾਰੀ ਸ਼ਕਤੀ ਵੇਖੀ ਹੋਈ ਸੀ, ਉਹਦੇ ਵਿੱਚੋਂ ਕਈ ਪ੍ਰਤਾਵੇ ਉਹਨਾਂ ਨੂੰ ਪ੍ਰਾਪਤ ਹੋਏ ਸਨ। ਇਸੇ ਤਰ੍ਹਾਂ ਇਹਨੇ ਫਿਰ ਚੰਦੂ ਦੀਵਾਨ ਜਿਹੜਾ ਸੀ ਉਹਦੀ ਮਦਦ ਲੈਣਾ ਕੀਤੀ, ਉਹਦੇ ਨਾਲ ਰਲ ਕੇ ਕੁਝ ਹੋਰ ਵਿਰੋਧੀਆਂ ਦੇ ਨਾਲ ਰਲ ਕੇ, ਅਤੇ ਸਰਕਾਰੀ ਤੌਰ 'ਤੇ ਵੀ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਬੜੀ ਪਰੇਸ਼ਾਨੀ ਦੇਣ ਦਾ ਜਿਹੜਾ ਸੀ ਪ੍ਰਬੰਧ ਬਣਾ ਲਿਆ। ਉਸ ਵੇਲੇ ਗੁਰੂ ਅਰਜਨ ਦੇਵ ਜੀ ਦਾ ਜਦੋਂ ਇਤਿਹਾਸ ਵੇਖੀਏ ਤਾਂ ਉਹਨਾਂ ਵਿੱਚੋਂ 5 ਵਿਰੋਧੀ ਜਿਹੜੇ ਮੁੱਖ ਮੰਨੇ ਜਾਂਦੇ ਹਨ, ਜਿਨ੍ਹਾਂ ਕਿ ਗੁਰੂ ਅਰਜਨ ਦੇਵ ਜੀ ਦੇ ਉੱਤੇ ਕਸ਼ਟ ਕਰਨ ਦਾ ਵੱਧ ਤੋਂ ਵੱਧ ਯਤਨ ਕੀਤਾ, ਭਾਵੇਂ ਕਿ ਉਹਨਾਂ ਨੂੰ ਕੋਈ ਕਸ਼ਟ ਦੇ ਨਹੀਂ ਸਕਦਾ। ਉਹਨਾਂ ਪਰਮੇਸ਼ਰ ਦੇ ਭਾਣੇ ਵਿੱਚ ਸਭ ਕੁਝ ਜਰਿਆ ਹੈ, ਜੋ ਚਾਹੁਣ ਕਰ ਸਕਦੇ ਸੀ, ਜਿਹੜੇ ਸੰਸਾਰ ਦਾ ਭਲਾ ਕਰ ਸਕਦੇ ਸਨ, ਜੋ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ। ਪਰ ਉਹਨਾਂ ਨੇ ਉਹਦੇ ਹੁਕਮ ਵਿੱਚ ਰਹਿ ਕੇ, ਸ਼ਾਂਤਮਈ ਦੇ ਵਿੱਚ ਰਹਿ ਕੇ ਸਤਿਗੁਰਾਂ ਦਾ ਭਗਤਵਾਕ ਜਿਹੜਾ ਕਿਹਾ ਹੋਇਆ ਪੂਰਨ ਕੀਤਾ, ਅਤੇ ਪਰਮੇਸ਼ਰ ਦੇ ਭਾਣੇ 'ਚ ਪ੍ਰਸੰਨ ਰਹਿ ਕੇ ਸਿੱਖ ਸੰਗਤਾਂ ਨੂੰ ਦੱਸਣਾ ਕੀਤਾ। ਅਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਬਹਾਨਾ ਇਹ ਬਣਿਆ ਹੈ, ਆਮ ਕਰਕੇ ਸਾਡੇ ਸਿੱਖ ਜਗਤ ਵਿੱਚ ਪ੍ਰਚਲਿਤ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਜਿਹੜੀ ਲੜਕੀ ਸੀ ਉਹਦੇ ਸਾਗ ਤੋਂ ਜਵਾਬ ਦੇ ਦਿੱਤਾ। ਗੁਰੂ ਪਿਆਰੀ ਸਾਧ ਸੰਗਤ, ਉਹ ਇਕੱਲੇ ਗੁਰੂ ਅਰਜਨ ਦੇਵ ਜੀ ਦਾ ਇਹਦੇ ਵਿੱਚ ਜ਼ਿਕਰ ਨਹੀਂ ਕਿ ਉਹਨਾਂ ਨਾ ਕੀਤੀ ਹੈ। ਜਦੋਂ ਉਹ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰ ਗਏ, ਜਿਹੜੇ ਲਾਗੀ ਉਸ ਵੇਲੇ ਰਿਸ਼ਤਾ ਕਰਦੇ ਸਨ, ਜਾ ਕੇ ਜਦੋਂ ਬਾਦਸ਼ਾਹ ਨੂੰ ਦੱਸਿਆ ਕਿ ਕਿੱਥੇ ਕਰ ਆਏ ਹੋ, ਕਹਿੰਦੇ ਮਹਾਰਾਜ ਬੜੇ ਚੰਗੇ ਥਾਂ 'ਤੇ ਕੀਤਾ ਹੈ, ਦੁਨੀਆ ਤੋਂ ਸਭ ਤੋਂ ਸੋਹਣਾ ਵਧੀਆ ਥਾਂ ਲੱਭ ਕੇ ਉੱਥੇ ਤੁਹਾਡੀ ਲੜਕੀ ਦਾ ਰਿਸ਼ਤਾ ਕੀਤਾ ਹੈ। ਕਹਿਣ ਲੱਗਾ ਕਿੱਥੇ ਕੀਤਾ ਹੈ, ਅਤੇ ਜਦੋਂ ਗੁਰੂ ਘਰ ਦਾ ਨਾਂ ਸੁਣਿਆ, ਗੁਰੂ ਅਰਜਨ ਦੇਵ ਜੀ ਦਾ ਨਾਂ ਸੁਣਿਆ, ਅਤੇ ਉਸ ਵੇਲੇ ਉਹ ਕਹਿਣ ਲੱਗਾ ਬੜੀ ਗਲਤ ਗੱਲ ਕੀਤੀ ਹੈ, ਬੜਾ ਉਲਟ ਕੰਮ ਕਰ ਆਏ, ਮਾੜਾ ਕੰਮ ਕਰ ਦਿੱਤਾ। ਕਿਉਂ? ਕਹਿਣ ਲੱਗਾ ਆਪਣੇ ਆਪ ਨੂੰ ਹੰਕਾਰ ਵਿੱਚ ਉਹਨੇ ਚੁਬਾਰਾ ਸਮਝਿਆ, ਅਤੇ ਜਿਹੜੀ ਗੁਰੂ ਘਰ ਦੀ ਸ਼ਕਤੀ ਸੀ, ਗੁਰੂ ਘਰ ਦੀ ਤਾਕਤ ਨੂੰ ਭੁੱਲ ਕੇ ਇਹਨੂੰ ਮੋਰੀ ਸਮਝ ਲਿਆ। ਕਹਿਣ ਲੱਗਾ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ, ਇਹ ਬੜਾ ਗਲਤ ਕੰਮ ਹੋਇਆ। ਅਤੇ ਗੁਰੂ ਕੇ ਪਿਆਰੇ ਸਿੱਖ ਸੁਣਦੇ ਸਨ ਇਹ ਬਚਨ, ਉਹਨਾਂ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ। ਕਹਿਣ ਲੱਗੇ ਮਹਾਰਾਜ ਇਹ ਆਪ ਜੀ ਦੇ ਸ਼ਾਨ 'ਤੇ ਬਹੁਤ ਉਲਟ ਬੋਲਿਆ ਹੈ, ਗੁਰਸਿੱਖੀ ਦੀ ਪਰਵਾਹ ਨਹੀਂ ਕੀਤੀ ਇਹਨੇ, ਇਸ ਕਰਕੇ ਸਿੱਖ ਸੰਗਤਾਂ ਦੇ ਮਨ ਜਿਹਨੇ ਲੌਂਦਰ ਕੱਤੇ ਹਨ। ਮਹਾਰਾਜ ਕਿਰਪਾ ਕਰੋ, ਸਾਡੀ ਬੇਨਤੀ ਪ੍ਰਵਾਨ ਕਰੋ, ਇਹਦਾ ਜਿਹੜਾ ਰਿਸ਼ਤਾ ਹੈ ਇਹ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹਨੇ ਅੱਜ ਇਹ ਬਚਨ ਕੀਤਾ, ਕੱਲ੍ਹ ਨੂੰ ਹੋਰ ਕੋਈ ਵਾਅਦਾ ਕਰੇਗਾ। ਗੁਰੂ ਕੀ ਸਾਧ ਸੰਗਤ, ਸਤਿਗੁਰਾਂ ਨੇ ਕਿਹਾ ਭਾਈ ਸਾਡੀ ਜਿਹੜੀ ਸੰਗਤ ਹੈ, ਅਸੀਂ ਸੰਗਤ ਦਾ ਸਿੱਖਾਂ ਦਾ ਕਿਆ ਨਹੀਂ ਮੋੜ ਸਕਦੇ, ਕਿਉਂਕਿ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ, ਪਰਮੇਸ਼ਰ ਦਾ ਨਿਯਮ ਹੈ ਕਿ ਉਹ ਆਪਣਾ ਕਿਹਾ ਹੋਇਆ ਬਚਨ ਵਾਪਸ ਕਰ ਲੈਂਦਾ, ਬਦਲ ਲੈਂਦਾ ਹੈ, ਪਰ ਆਪਣੇ ਭਗਤਾਂ ਪਿਆਰਿਆਂ ਦਾ, ਸੰਤਾਂ ਦਾ ਬਚਨ ਕਦੇ ਮੋੜਦਾ ਨਹੀਂ, ਉਹਨੂੰ ਮੰਨਣਾ ਪੈਂਦਾ ਹੈ। ਇਸ ਪ੍ਰਕਾਰ ਇੱਕ ਇਹ ਬਹਾਨਾ ਬਣ ਗਿਆ, ਇੱਕ ਪ੍ਰਿਥੀ ਚੰਦ ਦੀ ਗੱਦੀ ਦਾ ਵਿੱਚ ਮਸਲਾ ਸੀ, ਦੂਜੇ ਪਾਸੇ 5 ਵਿਰੋਧੀਆਂ ਦੇ ਵਿੱਚੋਂ ਜਿਹੜਾ ਵੱਡਾ ਵਿਰੋਧੀ ਹੈ, ਨਿੰਦਿਆ ਨਹੀਂ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ, ਵੇਖੀਏ ਤੇ ਪਤਾ ਲੱਗਦਾ ਹੈ ਕਿ ਜਿਹੜਾ ਸਾਡੇ ਪਿਓ ਦਾ ਹੀ ਵੈਰੀ ਹੈ ਉਹਨੂੰ ਅਸੀਂ ਕਿਸ ਕਰਕੇ ਮੰਨਦੇ ਹਾਂ। ਇਸ ਕਰਕੇ ਜਿਹੜਾ ਸ਼ੇਖ ਫਤਿਹ ਹੈ, ਇਹਦਾ ਇਤਿਹਾਸ ਆਉਂਦਾ ਹੈ ਕਿ ਇਸ ਇਲਾਕੇ ਦੇ ਵਿੱਚ ਇਹਦੀ ਮੰਨਤਾ ਬੜੀ ਸੀ, ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰਨ ਤਾਰਨ ਦਾ ਜਿਹੜਾ ਸ਼ਹਿਰ ਵਸਾਉਣਾ ਕੀਤਾ, ਤੀਰਥ ਬਣਾਉਣ ਦਾ ਜਿਹੜਾ ਸੀ ਇਹ ਜਿਹੜਾ ਪ੍ਰਬੰਧ ਕੀਤਾ ਹੈ, ਅਤੇ ਸੰਗਤਾਂ ਬੜੀਆਂ ਆਪ ਦਾ ਮਾਣ ਸਤਿਕਾਰ ਕਰਦੀਆਂ ਸਨ। ਸੰਗਤਾਂ ਦਾ ਵਾਧਾ ਪ੍ਰੇਮ ਵੇਖ ਕੇ
ਇਹਦੇ ਵੱਲੋਂ ਸੰਗਤ ਘਟ ਗਈ। ਇਹਦੇ ਜਿੰਨੇ ਪ੍ਰੇਮੀ ਸਨ ਤੇ ਚੇਲੇ ਚਾੜੜੇ ਸਾਰੇ ਸਨ ਘਟ ਗਏ ਤੇ ਗੁਰੂ ਘਰ ਦੀ ਰੌਣਕ ਵੱਧਦੀ ਵੇਖ ਕੇ ਬੜਾ ਦੁਖੀ ਹੋਇਆ। ਤੇ ਉਸ ਵੇਲੇ ਇਹਨੇ ਕਿਹਾ ਇਹਨੇ ਮੇਰੀ ਜਿਹੜੀ ਹੈ ਦੁਕਾਨ ਬੰਦ ਕਰ ਦੇਣੀ ਹੈ ਤੇ ਇਹਦੀ ਦੁਕਾਨ ਬੰਦ ਕਰਾਈਏ। ਇਸ ਗੱਲ ਨੂੰ ਇਹਨੇ ਚੰਦੂ ਦੇ ਨਾਲ ਮਿਲ ਕੇ ਪੂਰਾ ਜ਼ੋਰ ਲਾਉਣਾ ਕੀਤਾ। ਇੱਥੋਂ ਤੱਕ ਦੱਸਿਆ ਗਿਆ ਹੈ ਇਤਿਹਾਸ ਦੇ ਵਿੱਚ, ਇੱਕ ਲਾਹੌਰ ਦੇ ਵਿੱਚ ਲਾਇਬ੍ਰੇਰੀ ਹੈ ਤੇ ਉਰਦੂ ਦੇ ਵਿੱਚ ਉਹਦੇ ਵਿੱਚ ਜਿਹੜਾ ਇਤਿਹਾਸ ਉੱਤੇ ਵੀ ਲਿਖਿਆ ਹੋਇਆ ਕਿ ਸਿੰਘ ਜਿਹੜਾ ਸੀ ਉਹਦੇ ਨਾਲ ਦੇ ਸਾਥੀ ਵੀ ਦੱਸਦੇ ਹਨ ਕਿ ਉਹ ਪੜ੍ਹ ਕੇ ਉਹਨੇ ਵੇਖਿਆ, ਉਰਦੂ ਪੜ੍ਹਨਾ ਜਾਣਦਾ ਸੀ, ਕਿ ਇਹਨੇ 22 ਦਿਨ ਪਹਿਲਾਂ ਬੜਾ ਜ਼ੋਰ ਦੇ ਕੇ ਸ਼ੇਖ ਫਤਿਹ ਨੇ ਤੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਵਾਇਆ ਕਿ ਜੇ ਸਮਾਂ ਜ਼ਿਆਦਾ ਲੰਘ ਗਿਆ ਹੋ ਸਕਦਾ ਸਿੱਖ ਸੰਗਤਾਂ ਦਾ ਜ਼ੋਰ ਪੈ ਜਾਵੇ, ਬਾਦਸ਼ਾਹਾਂ ਦੇ ਹੱਕ ਵਿੱਚ ਹੋ ਜਾਵੇ, ਛੇਤੀ ਤੋਂ ਛੇਤੀ ਇਹਨਾਂ ਨੂੰ ਕੈਦ ਕਰਵਾ ਕੇ ਸਜ਼ਾ ਦਿੱਤੀ ਜਾਵੇ। ਇਸ ਪ੍ਰਕਾਰ ਇਹਨੇ ਆਖ ਕੇ ਤੇ 22 ਦਿਨ ਪਹਿਲਾਂ ਸਤਿਗੁਰਾਂ ਨੂੰ ਗ੍ਰਿਫਤਾਰ ਕਰਵਾਇਆ। ਇਹ ਸ਼ੇਖ ਫਤਿਹ ਦੀ ਕਰਤੂਤ ਹੈ। ਇਹਦੇ ਨਾਲ ਚੰਦੂ ਦੀਵਾਨ ਤੇ ਹੋਰ ਵੀ ਜਿਹੜੇ ਹਨ ਬੁਖਾਰੀ ਵਰਗੇ ਤੇ ਇਹ 5 ਜਾਣੇ ਜਿਹੜੇ ਹਨ ਇਹ ਗੁਰੂ ਦੇ ਵੱਡੇ ਵਿਰੋਧੀ ਹਨ। ਤੇ ਜਿਹੜੇ ਅਸੀਂ ਕਹਿ ਦਿੰਦੇ ਗੁਰੂ ਨੇ ਵਰ ਦਿੱਤੇ ਹਨ, ਇਹਦਾ ਕਾਰਨ ਗੁਰੂ ਕੀ ਸਾਧ ਸੰਗਤ ਇਤਿਹਾਸ ਵਿੱਚੋਂ ਮਿਲਿਆ ਹੈ ਕਿ ਜਦੋਂ ਇਹਦੀ ਮੰਨਤਾ ਬੜੀ ਸੀ ਤੇ ਗੁਰੂ ਅਰਜਨ ਦੇਵ ਵੇਲੇ ਸੰਗਤਾਂ ਹੋ ਗਈਆਂ ਇੱਕ ਪਾਸੇ ਤੇ ਗੁਰੂ ਨਾਲ ਇਹਨੇ ਵਿਰੋਧ ਕੀਤਾ। ਤੇ ਜਦੋਂ ਗੁਰੂ ਅਰਜਨ ਦੇਵ ਜੀ ਸ਼ਹਾਦਤ ਪ੍ਰਾਪਤ ਕਰ ਗਏ ਇਹਨੇ ਸੋਚਿਆ ਹੁਣ ਅਸੀਂ ਦੂਜਾ ਜਿਹੜਾ ਚਾਲ ਜਿਹੜੀ ਉਹ ਚਲਾਉਣੀ ਕਰੀਏ, ਦੂਜਾ ਬਹਾਨਾ ਜਿਹੜਾ ਸ਼ੁਰੂ ਕਰੀਏ। ਇਹਨੇ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਸਜ਼ਾ ਦਵਾਈ ਹੈ। ਇਹ ਕਹਿਣ ਲੱਗਾ ਮੇਰਾ ਤੇ ਗੁਰੂ ਅਰਜਨ ਦੇਵ ਨਾਲ ਪ੍ਰੇਮ ਬੜਾ ਸੀ, ਮੈਂ ਤੇ ਬੜਾ ਪਿਆਰਾ ਸੇਵਕ ਸਾਂ, ਮੈਨੂੰ ਉਹਨਾਂ ਨੇ ਵਰ ਦਿੱਤੇ ਹਨ ਕਿ ਜਿਹੜਾ ਮੇਰੀ ਭੇਟਾ ਲੈ ਕੇ ਆਵੇਗਾ ਦੁੱਧ ਲਵੇਰਾ ਮੰਗਣ ਵਾਸਤੇ, ਗਊ ਮੱਝ ਕਿਸੇ ਦੀ ਜਦੋਂ ਲਵੇਰੀ ਹੁੰਦੀ ਹੈ ਕੋਈ ਦੁੱਧ ਖੀਰ ਚੜਾਉਣੀ ਹੈ ਤੇ ਉਹ ਪਹਿਲਾਂ ਤੈਨੂੰ ਚੜਾਵੇਗਾ, ਤੂੰ ਬਜ਼ੁਰਗ ਹੈ ਤੇ ਸਾਡੇ ਵੱਲ ਫੇਰ ਆਵੇਗਾ। ਇਹ ਸਾਡੇ ਮਨ ਵਿੱਚ ਪੱਕੀ ਗੱਲ ਬਹਿ ਗਈ ਹੈ। ਪਰ ਇਹਨੇ ਆਪਣੀ ਮੰਨਤਾ ਵਧਾਉਣ ਵਾਸਤੇ ਤੇ ਆਪਣਾ ਪਾਪ ਛਿਪਾਉਣ ਵਾਸਤੇ ਗੁਰੂ ਕੀ ਸੰਗਤ ਇਹਨੇ ਸਾਰਾ ਇਹ ਜਿਹੜਾ ਸੀ ਪ੍ਰਬੰਧ ਕੀਤਾ, ਐਸਾ ਬਹਾਨਾ ਬਣਾਉਣਾ ਕੀਤਾ ਹੈ ਕਿ ਪਹਿਲਾਂ ਇੱਕ ਪਾਸੇ ਉਹਨੂੰ ਸਤਿਗੁਰਾਂ ਨੂੰ ਕਸ਼ਟ ਦਿਵਾਉਣ ਵਿੱਚ ਪੂਰਾ ਜ਼ੋਰ ਲਾਇਆ, ਦੂਜੇ ਪਾਸੇ ਆਪਣੀ ਮੰਨਤਾ ਕਰਵਾ ਕੇ ਮਾਇਆ ਇਕੱਠੀ ਕਰਨ ਵਾਸਤੇ ਆਪਣਾ ਨਾਂ ਬਣਾਉਣਾ ਕੀਤਾ। ਅੱਜ ਤੱਕ ਸਿੱਖ ਜਿਹੜੀਆਂ ਗੁਰੂ ਕੀਆਂ ਸੰਗਤਾਂ ਕਹਾਉਣ ਵਾਲੇ ਵੀ ਪ੍ਰੇਮੀ ਹਨ ਉਹ ਵੀ ਦੂਰੋਂ ਦਰੇਡਿਓਂ ਆ ਕਰਕੇ ਪਹਿਲਾਂ ਇਹਨੂੰ ਮੰਨਦੇ ਹਨ ਕਿ ਜੇ ਸ਼ੇਖ ਫਤਿਹ ਗੁੱਸੇ ਹੋ ਗਿਆ ਤੇ ਪਤਾ ਨਹੀਂ ਕੀ ਹੋ ਜਾਵੇਗਾ। ਪਰ ਇਹ ਨਹੀਂ ਪਤਾ ਜਿਹੜਾ ਵਰ ਦੇਣ ਵਾਲਾ ਉਹਦੇ ਨਾਲ ਤੇ ਵੈਰ ਕਰਨ ਡਿਆ ਹੈ। ਸਿਆਣਿਆਂ ਦੀ ਕਹਾਵਤ ਹੈ ਕਿ ਦੁੰਬ ਨਾਲ ਦੋਸਤੀ ਤੇ ਘੋੜੇ ਨਾਲ ਵੈਰ। ਇਸ ਕਰਕੇ ਭਾਈ ਇਹ ਜਿਹੜਾ ਮੁੱਢ ਹੈ, ਜਦੋਂ ਮੁੱਢ ਦਾ ਵੈਰੀ ਹੈ ਤੇ ਇਹਦੀ ਮੰਨਤਾ ਜਿਹੜੀ ਹੈ ਉਹ ਇਤਿਹਾਸ ਦੇ ਮੁਤਾਬਕ ਜੋ ਮਹਾਂਪੁਰਸ਼ਾਂ ਵੀ ਦੱਸਣਾ ਕੀਤਾ ਹੈ, ਵਿਦਵਾਨਾਂ ਨੇ ਦੱਸਣਾ ਕੀਤਾ, ਅਜੇ ਤੱਕ ਭੁਲੇਖੇ ਵਿੱਚ ਦੁਨੀਆ ਜਾ ਰਹੀ ਹੈ ਉੱਥੇ ਸਿੱਖ ਦਾ ਫਰਜ਼ ਨਹੀਂ ਜਾਣਦਾ ਕਿਉਂਕਿ ਜਿਹੜਾ ਗੁਰੂ ਕੀ ਮਰਜ਼ਾਦਾ ਤੋਂ ਹੀ ਬਾਹਰ ਹੋ ਗਿਆ। ਸੋ ਇਸ ਪ੍ਰਕਾਰ ਇਹਨਾਂ ਸਾਰਾ ਜ਼ੋਰ ਲਾਉਣਾ ਕੀਤਾ। ਉਧਰੋਂ ਸਮਾਂ ਐਸਾ ਆਇਆ, ਸੰਖੇਪ ਵਿੱਚ ਬੇਨਤੀ ਹੈ ਕਿ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਇਹਨੇ ਦੱਖਣ ਦੇ ਇਲਾਕੇ ਵੱਲੇ ਜਾਣਾ ਸੀ ਆਪਣੇ ਕੋ ਰਾਜ ਪ੍ਰਬੰਧ ਵਾਸਤੇ, ਕਾਰਜ ਵਾਸਤੇ, ਤੇ ਚੰਦੂ ਨਾਲ ਜਾਣਾ ਸੀ। ਤੇ ਚੰਦੂ ਨੇ ਬਹਾਨਾ ਬਣਾਇਆ ਕਿ ਮਹਾਰਾਜ ਬਾਦਸ਼ਾਹ ਸਲਾਮਤ ਤੁਸੀਂ ਚੱਲੋ, ਮੈਂ ਇਲਾਕੇ ਦਾ ਮਾਮਲਾ ਇਕੱਠਾ ਕਰਕੇ ਫਿਰ ਬਾਅਦ ਵਿੱਚ ਆਉਂਦਾ ਹਾਂ। ਇਹ ਬਹਾਨਾ ਲਾ ਕੇ ਆਪ ਪਿੱਛੇ ਮੁੜ ਗਿਆ ਤੇ ਇਹਨੇ ਫਿਰ ਮਗਰੋਂ ਆਪਣੀਆਂ ਮਨ ਦੀਆਂ ਜਿਹੜੀਆਂ ਸੀ ਉਹ ਚਾਲਾਂ ਚਲਾਉਣੀਆਂ ਕੀਤੀਆਂ ਤੇ ਸਤਿਗੁਰਾਂ ਨੂੰ ਧੋਖੇ ਦੇ ਨਾਲ ਸੱਦ ਕੇ ਆਪਣੇ ਵੱਲੋਂ ਨੇ ਧੋਖਾ ਕੀਤਾ। ਪਰ ਗੁਰੂ ਤੇ ਜਾਣੀ ਜਾਣ ਪਹਿਲਾਂ ਹੀ ਦੱਸ ਗਏ ਸਨ ਸਿੱਖਾਂ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ, ਕਿ ਕਿਹੜਾ ਭਾਣਾ ਵਰਤਣ ਵਾਲਾ ਹੈ। ਪਹਿਲਾਂ ਹੀ ਉਹ ਬਚਨ ਜਿਹੜੇ ਸਮਝਾ ਗਏ ਸਨ ਖਾਸ। ਇਸ ਕਰਕੇ ਗੁਰੂ ਕੀ ਸਾਧ ਸੰਗਤ 5 ਸਿੱਖ ਨਾਲ ਗਏ ਹਨ ਤੇ ਇਹ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਕਿ ਉਹਨਾਂ ਦੇ ਨਾਲ ਕੀ ਵਰਤਾਵਾ ਹੋਇਆ। ਉਹਨਾਂ 'ਤੇ ਬਹੁਤ ਸਖਤੀ ਕੀਤੀ ਗਈ, ਉਹਨਾਂ ਨੂੰ ਪਾਸੇ ਰੱਖਿਆ ਗਿਆ ਬੰਦ ਕਰਕੇ। ਤੇ ਇਹਨੇ ਮਨ ਮਰਜ਼ੀਆਂ ਇਹਨੇ ਕੀਤੀਆਂ ਆਪਣੀ ਹਵੇਲੀ ਵਿੱਚ ਰੱਖ ਕੇ ਸਤਿਗੁਰਾਂ ਨੂੰ 3 ਦਿਨ ਜਿਹੜੇ ਸੀ 3 ਤਰ੍ਹਾਂ ਦੇ ਵੱਡੇ ਤੋਂ ਵੱਡੇ ਕਸ਼ਟ ਜਿਹੜੇ ਦੇਣ ਦਾ ਇਹਨੇ ਉਪਰਾਲਾ ਕੀਤਾ। ਤੇ ਖਿੜੇ ਮੱਥੇ ਸਭ ਕੁਝ ਸਹਾਰਦੇ ਹੋਏ ਸਤਿਗੁਰੂ ਜੀ ਇਹ ਬਾਣੀ ਵਿੱਚ ਉਚਾਰਿਆ, ਤੀਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਿ ਪਰਮੇਸ਼ਰ ਜੋ ਕਰਦਾ ਚੰਗਾ ਹੀ ਕਰ ਰਿਹਾ ਹੈ, ਉਹਦਾ ਨਾਮ ਸਾਨੂੰ ਮਿਲਣਾ ਚਾਹੀਦਾ ਹੈ। ਜਦੋਂ ਉਹਦੇ ਨਾਮ ਦਰਸ਼ਨ ਦੀ ਕਿਰਪਾ ਹੋਵੇਗੀ ਤੇ ਦੁੱਖਾਂ ਵਿੱਚ ਵੀ ਸੁੱਖ ਪ੍ਰਾਪਤ ਹੋਵੇਗਾ। ਇਸ ਪ੍ਰਕਾਰ ਪ੍ਰਭੂ ਦੀ ਸਿਫਤ ਕਰਦੇ ਖਿੜੇ ਮੱਥੇ ਉਹਨਾਂ ਨੇ ਆਪਣਾ ਜਿਹੜਾ ਸੀ ਸਾਰਾ ਸਰੀਰ ਤੇ ਕਸ਼ਟ ਝੱਲ ਕੇ ਤੇ ਸਿੱਖ ਸੰਗਤਾਂ ਵਾਸਤੇ ਵੱਡੀ ਮਿਸਾਲ ਕਾਇਮ ਕਰ ਦਿੱਤੀ। ਗੁਰੂ ਪਿਆਰੀ ਸਾਧ ਸੰਗਤ ਆਪ ਜਾਣਦੇ ਹੋ, ਦੇਗ ਵਿੱਚ ਉਬਾਲਣਾ ਕੀਤਾ ਪਾਣੀ ਉਬਾਲ ਕੇ ਤੇ ਉਸ ਤੋਂ ਬਾਅਦ ਤੱਤੀ ਲੋਹ ਤੇ ਬਹਾ ਕੇ ਤੱਤੀ ਰੇਤ ਜਿਹੜੀ ਸੀਸ ਵਿੱਚ ਪਾਉਣਾ ਕੀਤੀ। ਉਹਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਕੀ ਸਾਧ ਸੰਗਤ ਵੱਡੇ ਤੋਂ ਵੱਡਾ ਜਿਹੜਾ ਕਸ਼ਟ ਦੇ ਕੇ ਇਹ ਕਿਹਾ ਜਾਂਦਾ ਹੈ 10ਵੇਂ ਦਵਾਰ ਸਵਾਸ ਚੜ੍ਹਾ ਲੈਂਦੇ ਹਨ
ਤੇ ਤਤੀ ਰੇਤ ਸੀਸ ਵਿੱਚ ਪਵੇਗੀ, ਵੇਖਾਂਗੇ ਸਵਾਸ ਉੱਥੇ ਰਹਿੰਦੇ ਕਿ ਉਤਰਦੇ ਹਨ। ਇਸੇ ਪ੍ਰਕਾਰ ਫਿਰ ਗੁਰੂ ਕੀ ਸੰਗਤ ਬਾਅਦ ਦੇ ਵਿੱਚ ਇੱਥੋਂ ਦੱਸਿਆ ਜਾਂਦਾ ਕਿ ਤਤੀ ਰੇਤ 'ਤੇ ਖੜ ਕੇ ਰਾਵੀ ਦੇ ਕਿਨਾਰੇ ਬਰੇਤੇ ਵਿੱਚ ਆਪ ਜੀ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਣਾ ਕੀਤੇ। ਉਹਦਾ ਇਹ ਕਾਰਨ ਸੀ ਕਿ ਜਿਹੜੇ ਮੁਸਲਮਾਨ ਲੋਕ ਵਿਰੋਧੀ ਨਾਲ ਰਲਾਏ ਸਨ, ਉਹਨਾਂ ਨੇ ਦੱਸਿਆ ਕਿ ਜਿਹੜਾ ਕੋਈ ਰੱਬ ਦਾ ਪਿਆਰਾ ਕੋਈ ਹੁੰਦਾ ਹੈ, ਭਗਤ ਸੰਤ ਜਨ ਜਾਂ ਕੋਈ ਮਹਾਂਪੁਰਖ ਸ਼ਹੀਦ ਹੁੰਦਾ ਹੈ, ਉਹਦਾ ਇੱਕ ਵੀ ਖੂਨ ਦਾ ਤੁਪਕਾ ਜੇ ਧਰਤੀ 'ਤੇ ਡਿੱਗ ਪਵੇ, ਉਹੋ ਜਿਹੇ ਪਤਾ ਨਹੀਂ ਕਿੰਨੇ ਪੈਦਾ ਹੋ ਜਾਣਗੇ। ਇਸ ਕਰਕੇ ਇਹਨੂੰ ਐਸਾ ਕਸ਼ਟ ਦੇਣਾ ਕਰੋ, ਰੇਤ ਦੇ ਬਹਾ ਕੇ ਕਿ ਇਹਦਾ ਖੂਨ ਜਿਹੜਾ ਧਰਤੀ 'ਤੇ ਖਿਲਰੇ ਨਾ ਉਚਾਰਨ ਕਰੋ। ਸ੍ਰੀ ਵਾਹਿਗੁਰੂ। ਬਰੇਤੇ ਵਿੱਚ ਸਤਿਗੁਰਾਂ ਨੂੰ ਖੜ ਕੇ ਤੇ ਕਈ ਤਰ੍ਹਾਂ ਦੇ ਫਿਰ ਕਸ਼ਟ ਦੇਣਾ ਕੀਤੇ। ਅੰਤਮ ਸਮਾਂ ਜਦੋਂ ਆਇਆ, ਆਪਣੇ ਵੱਲੋਂ ਪੂਰਾ ਉਹਨਾਂ ਜ਼ੋਰ ਲਾ ਰਿਹਾ, ਤੇ ਸਤਿਗੁਰਾਂ ਨੇ ਫਿਰ ਇਹ ਜਦੋਂ ਵੇਖਿਆ ਸਮਾਂ, ਤੇ ਇਹਨਾਂ ਨੇ ਸੋਚਿਆ ਹੁਣ ਅਜੇ ਵੀ ਡੋਲੇ ਨਹੀਂ। ਫਿਰ ਇਹਨਾਂ ਕਿਹਾ ਦਾ ਸਰੀਰ ਤੱਤਾ ਹੋਇਆ, ਗਰਮ ਗਰਮ ਤੇ ਛਾਲੇ ਪਏ ਹੋਏ ਹਨ, ਇੱਕਦਮ ਇਹਨੂੰ ਠੰਡੇ ਪਾਣੀ ਵਿੱਚ ਖੜਿਆ ਜਾਵੇ, ਹੋਰ ਦੁਖੀ ਹੋਵੇਗਾ, ਪਤਾ ਲੱਗੇਗਾ ਕਿੰਨੀ ਕੁ ਤਾਕਤ ਹੈ। ਤੇ ਸਤਿਗੁਰੂ ਜਾਣੀ ਜਾਣ ਪਰਮੇਸ਼ਰ ਦੇ ਗੁਣ ਗਾਉਂਦੇ ਹੋਏ ਰਾਵੀ ਦੇ ਕਿਨਾਰੇ ਖਲੋ ਕੇ ਜਿਹੜੇ 5 ਸਿੱਖ ਸਨ, ਉਸ ਵੇਲੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਸਾਰੇ ਬਚਨ ਦੱਸ ਕੇ ਆਉਣ ਵਾਲੇ ਸਮੇਂ ਦੇ ਗੁਰਗੱਦੀ ਦੀ ਸਾਰੀ ਰਸਮ ਜਿਹੜੀ ਬਖਸ਼ਿਸ਼ ਕਰਕੇ ਤੇ ਕਿਹਾ ਬਾਬਾ ਬੁੱਢਾ ਜੀ ਨੂੰ ਜਾ ਕੇ ਇਹ ਬਚਨ ਦੱਸ ਦੇਣੇ ਤੇ ਸਾਹਿਬਜ਼ਾਦਾ ਹਰਗੋਬਿੰਦ ਨੂੰ ਗੁਰਗੱਦੀ ਦੀ ਰਸਮ ਜਿਹੜੀ ਹੈ ਉਹ ਕਰ ਦੇਣੀ। ਅਸੀਂ ਪਰਮੇਸ਼ਰ ਦੇ ਭਾਣੇ ਵਿੱਚ ਹੁਣ ਅਸੀਂ ਆਪਣਾ ਸਰੀਰ ਤਿਆਗ ਚੱਲੇ ਹਾਂ। ਤੇ ਗੁਰੂ ਕੀ ਸਾਧ ਸੰਗਤ, ਇਸ ਪ੍ਰਕਾਰ ਸਤਿਗੁਰਾਂ ਨੇ ਜਿੰਨੇ ਕਸ਼ਟ ਸਹਾਰੇ, ਇਹ ਦੁਨੀਆ 'ਤੇ ਕੋਈ ਨਾ ਐਸਾ ਹੋਇਆ ਹੈ ਤੇ ਨਾ ਹੋਵੇਗਾ, ਕਿਉਂਕਿ ਪ੍ਰਤੱਖ ਵਾਹਿਗੁਰੂ ਦਾ ਰੂਪ ਹਨ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਪਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭਨ ਮਥਰਾ ਤੋਂ ਭਾਵ ਭਨ ਦਾ ਭਾਵ ਦਾ ਕਹਿੰਦਾ, ਤੇ ਮਥਰਾ ਇੱਕ ਭੱਟ ਦਾ ਨਾਮ ਹੈ। 17 ਭੱਟ ਹਨ। ਅੱਜ ਕੱਲ੍ਹ ਦੇ ਸਮੇਂ 'ਚ ਆਮ 11 ਦੱਸੀ ਜਾ ਰਹੇ ਹਨ, ਪਰ ਜੋ ਪ੍ਰਾਤਨ ਇਤਿਹਾਸ ਹੈ ਮਰਜ਼ਾਦਾ ਵਾਲਾ, ਸੰਪਰਦਾਵਾਂ ਵਾਲਾ, ਉਹਦੇ ਵਿੱਚ 17 ਭੱਟਾਂ ਦਾ ਵੱਖ-ਵੱਖ ਜ਼ਿਕਰ ਆਉਂਦਾ ਹੈ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ, ਉਹਨਾਂ ਕਿਹਾ ਪ੍ਰਤੱਖ ਹਰੀ ਦਾ ਰੂਪ 5ਵੇਂ ਪਾਤਸ਼ਾਹ ਜੀ ਹੋਏ, ਜਿਨ੍ਹਾਂ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਗਤ ਦੇ ਭਲੇ ਵਾਸਤੇ। ਸੰਤੋਖ ਸਰ ਦੀ ਸੇਵਾ ਕਰਾਈ, ਜੋ ਪੁਰਾਣੇ ਯੁੱਗਾਂ ਦਾ ਬੈਠਾ ਹੋਇਆ ਉੱਥੇ ਸੰਤੋਖਾ ਰਖੀ ਸੀ, ਤੇ ਉੱਥੇ ਭਗਤੀ ਲਾ ਕਰਦਾ ਕਰਦਾ ਜਦੋਂ ਸਮਾਧੀ ਜੁੜ ਗਈ ਉਹਦੀ ਪਰਮੇਸ਼ਰ ਦੇ ਨਾਲ ਬਿਰਤੀ, ਤੇ ਉੱਥੇ ਬੈਠਿਆਂ ਬੜਾ ਲੰਮਾ ਸਮਾਂ ਲੰਘ ਗਿਆ। ਧਰਤੀ ਦੇ ਪਤਾ ਨਹੀਂ ਕਿੰਨੀ ਕੁ ਗਰਦ ਮਿੱਟੀ ਪੈ ਪੈ ਕੇ ਧਰਤੀ ਉੱਚੀ ਹੋ ਗਈ, ਉਹਦਾ ਆਸਣ ਨੀਵਾਂ ਹੋ ਗਿਆ। ਇੱਧਰੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਧਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਨਾਲ ਆਰੰਭ ਕਰਵਾਈ ਹੈ, ਤੇ ਉਸ ਵੇਲੇ ਉਸ ਸੰਤੋਖ ਸਰ ਦੀ ਸੇਵਾ ਕਰਵਾਉਣਾ ਕੀਤੀ। ਤੇ ਜਦੋਂ ਸੇਵਾ ਉੱਥੇ ਤਾਲ ਜਿਹੜਾ ਅਸੀਂ ਬਣਾਉਣ ਲੱਗੇ, ਉਹਦਾ ਭਾਵ ਇਹ ਦੱਸਿਆ ਜਾਂਦਾ ਕਿ ਸਤਿਗੁਰਾਂ ਦਾ ਪ੍ਰੇਮੀ, ਉਹਦਾ ਨਾਲ ਵੀ ਸੰਤੋਖਾ ਦੱਸਿਆ ਹੈ। ਉਹਨੇ ਆਣ ਕੇ ਬੜੀ ਭੇਟਾ ਸਤਿਗੁਰਾਂ ਦੇ ਹਾਜ਼ਰ ਕੀਤੀ ਤੇ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਪੁੱਤਰ ਨਹੀਂ, ਕਿਰਪਾ ਕਰੋ ਮੇਰੀ ਜਗਤ 'ਤੇ ਜਿਹੜੀ ਯਾਦ ਰਹਿ ਜਾਵੇ, ਮੇਰਾ ਨਾਂ ਰਹਿ ਜਾਵੇ, ਤੇ ਮੇਰੀ ਇਹ ਬੇਨਤੀ ਪ੍ਰਵਾਨ ਕਰੋ। ਸਤਿਗੁਰੂ ਜੀ ਕਹਿੰਦੇ, ਤੇਰਾ ਇਹੋ ਜਿਹਾ ਸੰਸਾਰ 'ਤੇ ਨਾਂ ਬਣਾਉਂਦੇ ਹਾਂ ਜਿਹੜਾ ਸਦਾ ਵਾਸਤੇ ਕਾਇਮ ਰਹੇਗਾ। ਉਹ ਸੰਤੋਖੇ ਦੇ ਨਾਂ 'ਤੇ ਉਹ ਮਾਇਆ ਦੇਣ ਕਰਕੇ ਇੱਕ ਉੱਥੋਂ ਜਦੋਂ ਥੱਲਿਓਂ ਧਰਤੀ ਪੁੱਟੀ, ਉਹ ਪੁਰਾਣੇ ਸਮੇਂ ਦਾ ਸੰਤੋਖਾ ਹੀ ਨਿਕਲਿਆ, ਤੇ ਉਹਦਾ ਨਾਮ ਹੀ ਸੰਤੋਖਾ ਹੈ। ਗੁਰੂ ਕੀ ਸਾਧ ਸੰਗਤ, ਉਹਦੀ ਬਿਰਤੀ ਜਿਹੜੀ ਸੀ ਪਰਮੇਸ਼ਰ ਨਾਲ ਜੁੜੀ ਹੋਈ ਸੀ। ਸੰਗਤਾਂ ਨੇ ਆਣ ਕੇ ਸਤਿਗੁਰਾਂ ਨੂੰ ਦੱਸਿਆ, ਸਤਿਗੁਰੂ ਜੀ ਜਾਣੀ ਜਾਣ ਉੱਥੇ ਜਾ ਕੇ ਦਰਸ਼ਨ ਦਿਦਾਰੇ ਦਿੱਤੇ, ਤੇ ਉਹਦੀ ਬਿਰਤੀ ਜਿਹੜੀ ਸੀ ਉਹਦੇ ਸਰੀਰ ਦੀ ਕੋ ਸੇਵਾ ਕਰਕੇ ਹੋਸ਼ ਵਿੱਚ ਉਹਨੂੰ ਲਿਆਂਦਾ ਅਸਲ ਸੰਸਾਰਕ ਬਿਰਤੀ ਵਿੱਚ। ਤੇ ਉਹਨੇ ਪੁੱਛਿਆ ਕਿਹੜਾ ਸਮਾਂ ਹੈ? ਕਹਿਣ ਲੱਗੇ ਇਹ ਕਲਯੁਗ ਦਾ ਸਮਾਂ ਹੈ। ਉਹ ਕਹਿਣ ਲੱਗਾ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੈਠਾ ਹਾਂ। ਹੁਣ ਕੌਣ ਹੈ ਉਹ? ਗੁਰੂ ਨਾਨਕ ਕਿੱਥੇ ਹਨ? ਉਹ ਕਹਿਣ ਲੱਗੇ ਜੀ ਉਹ ਤੇ ਕੌਤਕ ਕਰਕੇ ਸੰਸਾਰ ਤੋਂ ਆਪਣਾ ਜਿਹੜਾ ਰੂਪ ਬਦਲਾ ਗਏ ਹਨ। ਉਹਨਾਂ ਦਾ 5ਵਾਂ ਰੂਪ ਜਿਹੜਾ ਗੁਰੂ ਅਰਜਨ ਦੇਵ ਜੀ ਇੱਥੇ ਸੇਵਾ ਕਰਵਾ ਰਹੇ ਹਨ। ਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਤੇ ਸਤਿਗੁਰਾਂ ਨੇ ਉਹਨਾਂ ਨੂੰ ਅਸਲ ਬ੍ਰਹਮ ਗਿਆਨ ਬਖਸ਼ਿਆ, ਤੇ ਫਿਰ ਉਹ ਸੱਚਖੰਡ ਨੂੰ ਗਿਆ। ਉਹ ਸੰਤੋਖ ਸਰ ਦੀ ਸੇਵਾ ਕਰਵਾਈ, ਹਰਿਮੰਦਰ ਸਾਹਿਬ ਦੀ ਜਿਹੜੀ ਹੈ ਸੇਵਾ ਕਰਵਾਈ, ਤੇ ਤਾਲ ਜਿਹੜਾ ਪੱਕਾ ਕਰਵਾਇਆ। ਅੰਮ੍ਰਿਤਸਰ ਦੇ ਨਾਂ 'ਤੇ ਹੀ ਸ਼ਹਿਰ ਵਸਿਆ ਹੈ। ਗੁਰੂ ਕੀ ਸਾਧ ਸੰਗਤ ਇਸੇ ਪ੍ਰਕਾਰ ਤਰਨਤਾਰਨ ਸਾਹਿਬ ਵਸਾਉਣਾ ਕੀਤਾ। ਤੇ ਤਰਨਤਾਰਨ ਸਾਹਿਬ ਜਿਹੜਾ ਸਰੋਵਰ ਬਣਾਇਆ ਹੈ, ਆਮ ਸਰੋਵਰਾਂ ਤੋਂ ਵੱਡਾ ਹੈ, ਜੋ 990 ਫੁੱਟ ਇਹਦੀ ਚੜਾਈ ਤੇ 999 ਫੁੱਟ ਇਹਦੀ ਲੰਬਾਈ ਦੱਸੀ ਗਈ ਹੈ। ਤੇ ਇੰਨੇ ਵੱਡੇ ਆਕਾਰ ਦੇ ਵਿੱਚ ਖੁੱਲ੍ਹਾ ਸੰਗਤਾਂ ਵਾਸਤੇ ਪਰਉਪਕਾਰ ਕੀਤਾ ਸਤਿਗੁਰਾਂ।
ਤੇ ਉੱਥੇ ਗੁਰੂ ਕਾ ਧਾਮ ਬਣਾਉਣਾ ਕੀਤਾ ਹੈ, ਗੁਰਦੁਆਰਾ ਸਾਹਿਬ ਕਾਇਮ ਕੀਤਾ। ਗੁਰੂ ਕੀ ਸਾਧ ਸੰਗਤ ਇਸੇ ਪ੍ਰਕਾਰ ਕਰਤਾਰਪੁਰ ਵਸਾਇਆ ਦੁਆਬੇ ਦੇ ਇਲਾਕੇ ਵਿੱਚ। ਆਪ ਜਾਣਦੇ ਹੋ ਬਿਆਸ ਤੋਂ ਅੱਗੇ ਜੋ ਢਿਲਵਾਂ ਤੋਂ ਅੱਗੇ ਗਾਂਹ ਜਾਈਏ ਤੇ ਬਿਆਸ ਤੇ ਉਹ ਜਿਹੜਾ ਰੋਡ ਹੈ ਮੇਨ ਰੋਡ ਵੱਡੀ ਸੜਕ ਦੇ ਉੱਤੇ ਕਰਤਾਰਪੁਰ ਆਉਂਦਾ ਹੈ। ਇਸੇ ਤਰ੍ਹਾਂ ਹਰਗੋਬਿੰਦ ਜਿਹੜਾ ਹਰਗੋਬਿੰਦਪੁਰਾ ਹੈ ਉਹ ਸਤਿਗੁਰਾਂ ਨੇ ਵਸਾਉਣਾ ਕੀਤਾ। ਇਤਿਆਦਿਕ ਬੜੀਆਂ ਸੇਵਾਵਾਂ ਕਰਕੇ ਸੰਸਾਰ ਦੇ ਜੀਆਂ ਦਾ ਭਲਾ ਕੀਤਾ ਤੇ ਸਭ ਤੋਂ ਵੱਡਾ ਪਰਉਪਕਾਰ ਕੀਤਾ। ਹਰਿਮੰਦਰ ਸਾਹਿਬ ਤਿਆਰ ਕਰਕੇ ਤੇ ਉਹਦੇ ਵਿੱਚ ਜੋ ਬੀੜ ਲਿਖਾ ਕੇ ਰਾਮਸਰ ਸਾਹਿਬ ਗੁਰਦੁਆਰਾ ਕਾਇਮ ਕਰਕੇ ਤੇ ਉੱਥੇ ਗੁਰੂਆਂ ਦੀ ਬਾਣੀ ਇਕੱਠੀ ਕਰਕੇ ਭਗਤਾਂ ਦੀ ਸਿੱਖਾਂ ਦੀ ਤੇ ਉਸ ਵੇਲੇ ਸਤਿਗੁਰਾਂ ਨੇ ਵੱਡਾ ਜਹਾਜ਼ ਕਾਇਮ ਕੀਤਾ ਹੈ। ਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਸੋਚਿਆ ਕਿ ਹਰਿਮੰਦਰ ਸਾਹਿਬ ਸਾਰੀ ਸੰਸਾਰ ਦੀ ਰਚਨਾ ਤੋਂ ਉੱਤਮ ਚੀਜ਼ ਹੈ, ਕਿਉਂਕਿ ਵਾਹਿਗੁਰੂ ਦਾ ਹਰੀ ਦਾ ਮੰਦਰ ਕਿਹਾ ਹੈ ਤੇ ਇਹਦੇ ਵਿੱਚ ਕੋਈ ਵੱਡੀ ਵਸਤੂ ਹੀ ਹੋਣੀ ਚਾਹੀਦੀ, ਕਿਹੜੀ ਹੋਵੇ। ਵਿਚਾਰ ਕਰਕੇ ਵੇਖਿਆ ਕਿ ਗੁਰਬਾਣੀ ਤੋਂ ਉੱਪਰ ਕੋਈ ਨਹੀਂ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਤੇ ਧੰਨ ਬਾਬਾ ਬੁੱਢਾ ਜੀ ਨੂੰ ਵੇਖਿਆ ਕਿ ਇਹਨਾਂ ਦੀ ਸ਼ਕਤੀ ਬੜੀ ਹੈ, ਕਿੰਨੇ ਗੁਰੂਆਂ ਦਾ ਇਹਨਾਂ ਦਰਸ਼ਨ ਕੀਤਾ, ਸੇਵਾ ਕੀਤੀ ਹੈ, ਮਹਾਨ ਗੁਰਸਿੱਖ ਹਨ। ਇਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਤੇ ਐਸੀ ਕਿਰਪਾ ਹੋਈ। ਉਹ ਜਿਹੜਾ ਇਮਤਿਹਾਨ ਕਰ ਲਿਆ ਉਸ ਵੇਲੇ ਸਿੱਖਾਂ ਦਾ, ਸਾਰੀ ਸ੍ਰਿਸ਼ਟੀ ਘੁੰਮੀ ਗੁਰੂ ਨਾਨਕ ਨੇ ਸੰਗਤ ਨੂੰ ਉਤਾਰਨ ਵਾਸਤੇ, ਪਰ ਜਦੋਂ ਇਮਤਿਹਾਨ ਹੋਇਆ ਤੇ ਭਾਈ ਲਹਿਣਾ ਜੀ ਪਾਸ ਹੋਏ। ਉਸ ਵੇਲੇ ਦੋਵੇਂ ਜਾਣੇ ਸਨ, ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ। ਉਹਨਾਂ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਮਿਲੀ, ਭਾਈ ਲਹਿਣਾ ਜੀ ਤੋਂ ਅੰਗਦ ਸਾਹਿਬ ਬਣ ਗਏ। ਗੁਰੂਆਂ ਨੇ ਅੰਗ ਨਾਲ ਅੰਗ ਲਗਾ ਕੇ ਅੰਗਦ ਬਣਾ ਦਿੱਤਾ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਉਹਨਾਂ ਸੇਵਾ ਲੈਣੀ ਸੀ। ਵਾਰ ਹੋਇਆ ਸੀ ਕਿ ਤੂੰ ਬੜੀ ਲੰਮੀ ਉਮਰ ਭੋਗੇਗਾ, ਗੁਰੂ ਘਰ ਦੀ ਸੇਵਾ ਕਰੇਗਾ, ਬਚਪਨ ਵਿੱਚ ਆਪ ਜਾਣਦੇ ਹੋ। ਇਸ ਪ੍ਰਕਾਰ ਸਤਿਗੁਰਾਂ ਨੇ ਉਹਨਾਂ ਨੂੰ ਇਹ ਪਹਿਲਾ ਗ੍ਰੰਥੀ ਸਾਹਿਬ ਸਥਾਪਨਾ ਕੀਤਾ। ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਗੁਰਬਾਣੀ ਦਾ ਪ੍ਰਕਾਸ਼ ਕਰਾ ਕੇ ਤੇ ਉਸ ਵੇਲੇ ਕਿਹਾ, ਬੁੱਢਿਆ ਆਵਾਜ਼ ਲੈ ਗ੍ਰੰਥ ਸਾਹਿਬ ਵਿੱਚੋਂ, ਜਿਵੇਂ ਆਪਾਂ ਕਹਿੰਦੇ ਹੁਕਮਨਾਮਾ ਸੁਣਨਾ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਇਸ ਪ੍ਰਕਾਰ ਵੱਡੇ ਪਰਉਪਕਾਰ ਕਰਦੇ ਹੋਏ ਅੱਜ ਦੇ ਦਿਨ ਜੋ ਮਨਾਇਆ ਜਾ ਰਿਹਾ ਇਹ ਦਿਹਾੜਾ ਉਹਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਜੋਤ ਨਾਲ ਜੋਤ ਮਿਲਾ ਲਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਉਣ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਕੁਰਬਾਨ। ਸੋ ਉਹਨਾਂ ਦੇ ਜਿਹੜੇ ਕਸ਼ਟ ਝੱਲੇ ਹੋਏ ਸਨ, ਜਿਹੜੇ ਦੁਸ਼ਮਣ ਸਨ, ਵਿਰੋਧੀ ਬਣੇ ਹੋਏ ਸਨ, ਉਹਨਾਂ ਦੇ ਕੋਲੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕਰਕੇ ਆਪਣੇ ਸਮੇਂ ਵਿੱਚ ਬਦਲੇ ਲੈਣਾ ਕੀਤੇ। ਉਹਨਾਂ ਦੇ ਕੋਲੋਂ ਜੋ ਜੋ ਕੀਤਾ ਸੀ ਕਰਮ ਉਹਨਾਂ ਉਹਦਾ ਫਲ ਭੁਗਤਾਉਣਾ ਕੀਤਾ ਤੇ ਸਿੱਖੀ ਨੂੰ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਕਾਇਮ ਕੀਤਾ। ਅੱਗੇ ਤੇ ਸੰਤ ਮਤ ਸੀ ਤੇ ਨਾਲ ਉਹਨਾਂ ਜਿਹੜਾ ਰਾਜ ਮਤ ਵੀ ਕਾਇਮ ਕਰ ਦਿੱਤਾ। ਮੀਰੀ ਤੇ ਪੀਰੀ ਦੋ ਸ਼ਕਤੀਆਂ, ਦੇਗ ਤੇ ਤੇਗ, ਖੰਡਾ ਤੇ ਮਾਲਾ ਇੱਕ ਥਾਂ ਕਰ ਦਿੱਤੇ। ਗੁਰੂ ਕੀ ਸਾਧ ਸੰਗਤ ਤਾਂ ਕੜਾਹ ਪ੍ਰਸ਼ਾਦ ਨੂੰ ਜਦੋਂ ਭੋਗ ਲਾਇਆ ਜਾਂਦਾ ਹੈ, ਇੱਕ ਬੰਨੇ ਦੇਗ ਜਿਹੜੀ ਹੈ ਇਹ ਸ਼ਾਂਤਮਤੀ ਦਾ ਜਿਹੜਾ ਇੱਕ ਪ੍ਰਤੀਕ ਹੈ ਤੇ ਜਿਹੜੀ ਤੇਗ ਹੈ ਸੂਰਮਤਾਈ ਦਾ ਇਹ ਪ੍ਰਤੀਕ ਹੈ। ਦੋਵੇਂ ਇੱਕ ਹੋ ਜਾਂਦੇ ਹਨ ਜਦੋਂ ਸ੍ਰੀ ਸਾਹਿਬ ਦੇ ਨਾਲ ਭੋਗ ਲੱਗਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਪੱਕਾ ਨਿਯਮ ਕਰ ਦਿੱਤਾ, ਉਹ ਮੇਰਾ ਸਿੱਖ ਨਹੀਂ, ਉਹ ਸੰਗਤ ਨਹੀਂ ਜਿਹੜਾ ਸ੍ਰੀ ਸਾਹਿਬ ਦੇ ਭੋਗ ਲਵਾਉਣ ਤੋਂ ਬਿਨਾਂ ਪ੍ਰਸ਼ਾਦ ਵਰਤਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਸ੍ਰੀ ਸਾਹਿਬ ਦਾ ਲੱਗਾ ਹੋਇਆ ਭੋਗ, ਕੋਈ ਪੀਰ ਫਕੀਰ ਜਿਹੜਾ ਹੈ ਉਹ ਪ੍ਰਸ਼ਾਦ ਨਹੀਂ ਵਰਤਦਾ। ਜਿਹੜਾ ਇਸਲਾਮ ਮੁਸਲਮਾਨੀ ਧਰਮ ਵਿੱਚ ਪੱਕਾ ਹੋਵੇਗਾ ਉਹ ਇਹ ਕੜਾਹ ਦਾ ਪ੍ਰਸ਼ਾਦ ਦਾ ਜਿਹੜਾ ਭੋਗ ਸ੍ਰੀ ਸਾਹਿਬ ਦਾ ਲੱਗਾ ਪ੍ਰਵਾਨ ਨਹੀਂ ਕਰੇਗਾ। ਤੇ ਜਿਹੜੇ ਭੋਗ ਲਾਉਣ ਵਾਲੇ ਵੀ ਹਨ, ਜਿਹੜੇ ਸੋਝੀਵਾਨ ਗੁਰੂ ਕੇ ਸਿੱਖ ਹਨ, ਉਹ ਸ੍ਰੀ ਸਾਹਿਬ ਦਾ ਭੋਗ ਇਹਨਾਂ ਥਾਵਾਂ 'ਤੇ ਨਹੀਂ ਲਾਉਂਦੇ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਦਾ ਇਤਿਹਾਸ, ਗੁਰ ਇਤਿਹਾਸਕ ਜਗ੍ਹਾ ਨਾ ਹੋਵੇ। ਇਸ ਕਰਕੇ ਐਸੇ ਪਰਉਪਕਾਰ ਕਰਕੇ ਸਤਿਗੁਰਾਂ ਨੇ ਸੰਗਤਾਂ 'ਤੇ ਰਹਿਮਤ ਕੀਤੀ। ਸੋ ਮਹਾਰਾਜ ਕਿਰਪਾ ਕਰਨ ਇਹ ਦਿਹਾੜਾ ਸੰਗਤਾਂ ਨੂੰ ਸਫਲਾ ਹੋਏ। ਸਤਿਗੁਰਾਂ ਦੇ ਜੋ ਦਿੱਤੇ ਹੋਏ ਉਪਦੇਸ਼, ਸਿੱਖਿਆ ਹੈ, ਬਚਨ ਹਨ, ਹੁਕਮ ਹਨ, ਉਹਨਾਂ ਅਨੁਸਾਰ ਚੱਲ ਕੇ ਆਪਣਾ ਜੀਵਨ ਜਿਹੜਾ ਹੈ ਸਫਲਾ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ ਇਹ ਅੱਜ ਦੇ ਦਿਹਾੜੇ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ।